हाँ जी स्टूडेंट्स, ਅਸੀਂ ਅੱਜ ਆਪਣਾ 11ਵੀਂ ਕਲਾਸ ਦੀ ਇੰਗਲਿਸ਼ ਇਲੈਕਟਿਵ ਦਾ ਨਵੀਂ ਸਟੋਰੀ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦਾ ਨਾਮ ਹੈ ਜੀ ਆ ਸਟਰੀਟ ਸੀਨ। ਇਹ ਸਾਡੀ ਫੋਰਥ ਸਟੋਰੀ ਹੈ। ਥਰਡ ਲਿਖਿਆ ਗਿਆ ਮੇਰੇ ਤੋਂ, ਐਕਚੁਅਲੀ ਫੋਰਥ ਹੈ ਇਹ, ਤੇ ਫੋਰਥ ਸਟੋਰੀ ਹੈ ਇਹ। ਪਹਿਲੀਆਂ ਅਸੀਂ ਤਿੰਨ ਸਟੋਰੀਜ਼ ਦਾ ਰੀਅਲ ਪ੍ਰਿੰਸੈਸ, ਲਿਲੀਪੁੱਟ ਵਾਲੀ ਤੇ ਉਸ ਤੋਂ ਬਾਅਦ ਟੌਮ ਵਾਲੀ ਇਹ ਕਰ ਚੁੱਕੇ ਆਪਾਂ, ਤੇ ਫੋਰਥ ਸਟੋਰੀ ਹੈ ਸਾਡੀ ਆ ਸਟਰੀਟ ਸੀਨ। ਇਹ ਸਾਡੇ ਬਾਈ ਮੰਥਲੀ ਸਿਲੇਬਸ ਦੇ ਵਿੱਚ ਸ਼ਾਮਿਲ ਹੈ +1 ਦੇ ਇੰਗਲਿਸ਼ ਇਲੈਕਟਿਵ ਦੇ। ਇਹ ਲਾਸਟ ਸਟੋਰੀ ਹੈ ਤੁਹਾਡੀ ਬਾਈ ਮੰਥਲੀ ਸਿਲੇਬਸ 'ਚ। ਟੋਟਲ 4 ਸਟੋਰੀਜ਼ ਹੈ। ਆ ਸਟਰੀਟ ਸੀਨ ਜਿਹੜੀ ਸਟੋਰੀ ਹੈ ਇਹ ਚਾਰਲਸ ਡਿਕਨਸ ਨੇ ਲਿਖੀ ਹੋਈ ਹੈ। ਬਹੁਤ ਹੀ ਮਸ਼ਹੂਰ, ਪਪੂਲਰ, ਫੇਮਸ ਨਾਵਲਿਸਟ ਨੇ ਚਾਰਲਸ ਡਿਕਨਸ। ਇਹ ਸਾਡੀ ਜਿਹੜੀ ਬੁੱਕ ਹੈ ਸਟੋਰੀਜ਼ ਵਾਲੀ, ਉਸ ਦੇ ਪੇਜ ਨੰਬਰ 10 to 12 ਤੱਕ ਤੁਹਾਨੂੰ ਇਸ ਸਟੋਰੀ ਦਾ ਟੈਕਸਟ ਮਿਲ ਜਾਂਦਾ ਹੈ, ਪੂਰੀ ਸਟੋਰੀ ਮਿਲ ਜਾਂਦੀ ਹੈ। ਤੇ 79 to 80 ਦੇ ਵਿੱਚ ਤੁਹਾਨੂੰ ਇਸ ਦੇ ਨੋਟਸ ਮਿਲਦੇ ਆ, ਜਿਹਦੇ ਵਿੱਚ ਤੁਹਾਡੇ ਵਰਡ ਮੀਨਿੰਗ ਲਿਖੇ ਹੁੰਦੇ ਆ ਜਾਂ ਕੁਐਸਚਨਸ ਲਿਖੇ ਹੁੰਦੇ ਆ, ਕੁਝ ਐਕਸਰਸਾਈਜ਼ ਲਿਖੀਆਂ ਹੁੰਦੀਆਂ ਨੇ। ਤਾਂ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਅਸੀਂ 4th ਸਟੋਰੀ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਆ ਸਟਰੀਟ ਸੀਨ ਤੋਂ ਪਹਿਲਾਂ, ਸਟੋਰੀ ਤੋਂ ਪਹਿਲਾਂ ਇੱਕ ਪੈਰਾ ਹੈ, ਆਪਾਂ ਉਹਨੂੰ ਪੜ੍ਹ ਲੈਂਦੇ ਹਾਂ। ਕਹਿੰਦੇ ਦਾ ਫੋਲੋਇੰਗ ਪੀਸ ਇਜ਼ ਐਬ੍ਰਿਜਡ ਐਂਡ ਸਿੰਪਲੀਫਾਈਡ from chapter 5 of A Tale of Two Cities by Charles Dickens। ਤਾਂ ਚਾਰਲਸ ਡਿਕਨਸ ਹੈ ਨਾ, ਜਿਹੜੇ ਬਹੁਤ ਅੱਛੇ ਨਾਵਲਿਸਟ ਹੈ। ਬੇਸਿਕਲੀ ਇਹਨਾਂ ਨੇ ਨਾਵਲਸ ਲਿਖੇ ਹੈ। ਮੈंने ਵੀ ਆਪਣੀ ਐਮ ਇੰਗਲਿਸ਼ ਦੇ ਵਿੱਚ ਇਹਨਾਂ ਦੇ 1-2 ਨਾਵਲਸ ਪੜ੍ਹੇ ਹੈ। ਬਹੁਤ ਹੀ ਅੱਛੇ ਰਾਈਟਰ ਹੈ। ਤਾਂ ਇਹਨਾਂ ਦਾ ਇੱਕ ਨਾਵਲ ਹੈ ਜੀ A Tale of Two Cities। ਇਹ ਨਾਮ ਯਾਦ ਰੱਖਿਓ, ਬਿਕੋਜ਼ ਜਦੋਂ ਆਪਾਂ ਵੱਡਾ ਕੁਐਸਚਨ ਕਰਾਂਗੇ ਤਾਂ ਆਪਾਂ ਇਹ ਵਾਲੀ ਲਾਈਨ ਪਾਵਾਂਗੇ ਉਹਦੇ 'ਚ। A Tale of Two Cities ਇੱਕ ਨਾਵਲ ਦਾ ਨਾਮ ਹੈ, ਤੇ ਉਹਦੇ ਵਿੱਚੋਂ ਦੀ ਨਾ ਇਹ ਸਟੋਰੀ ਲਈ ਗਈ ਹੈ। ਕਾਫੀ ਵੱਡਾ ਨਾਵਲ ਹੈ, ਉਹਦੇ ਵਿੱਚੋਂ ਦੀ ਇਹ ਵਾਲੀ ਜਿਹੜੀ, ਉਸ ਦਾ ਨਾ ਕਈ ਸਾਰੇ ਚੈਪਟਰਸ ਹੈ, ਤੇ ਇਹਦਾ ਚੈਪਟਰ 5 ਹੈ ਜਿਹੜਾ ਚੈਪਟਰ 5 ਹੈ ਆ ਟੇਲ ਆਫ ਟੂ ਸਿਟੀਜ਼ ਨਾਵਲ ਦਾ, ਉਹ ਚੈਪਟਰ 5 ਤੋਂ ਇਹਨਾਂ ਨੇ ਆ ਸਟਰੀਟ ਸੀਨ ਲਿਆ। ਚੈਪਟਰ 5 ਦੇ ਵਿੱਚ ਇਹ ਸਾਰੀ ਸਟੋਰੀ ਹੈ ਆ ਟੇਲ ਆਫ ਟੂ ਸਿਟੀਜ਼ ਵਾਲੇ ਨਾਵਲ 'ਚ। ਤਾਂ ਇਸ ਨੂੰ ਵੀ ਇਹਨਾਂ ਨੇ ਐਬ੍ਰਿਜਡ ਕਰਤਾ। ਐਬ੍ਰਿਜ ਦਾ ਮਤਲਬ ਹੈ ਕਿ ਉਸ ਨੂੰ ਛੋਟਾ ਕਰਤਾ, ਸ਼ਾਰਟ ਕਰਤਾ। ਮਤਲਬ ਉਸ ਚੈਪਟਰ 5 ਦੇ ਵਿੱਚ ਜੋ ਕੁਝ ਲਿਖਿਆ ਹੋਇਆ ਸੀ, ਜਿਸ ਨੂੰ ਆਪਾਂ ਟੈਕਸਟ ਕਹਿੰਦੇ ਹਾਂ, ਉਹਨੂੰ ਇਹਨਾਂ ਨੇ ਛੋਟਾ ਕਰਤਾ ਤੇ ਸਿੰਪਲੀਫਾਈ ਕਰਤਾ, ਕਿਉਂਕਿ ਆਪਾਂ ਨੇ ਕਲਾਸ 'ਚ ਪੜ੍ਹਾਉਣਾ ਹੈ, ਤੇ ਇਸ ਕਰਕੇ ਇਸ ਨੂੰ ਸਿੰਪਲੀਫਾਈ ਕਰਤਾ। ਤਾਂ ਤੁਹਾਨੂੰ ਬਸ ਇਹ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹ ਜਿਹੜੀ ਸਟੋਰੀ ਹੈ ਇਹ ਚਾਰਲਸ ਡਿਕਨਸ ਦੇ ਲਿਖੇ ਹੋਏ ਇੱਕ ਨਾਵਲ ਆ ਟੇਲ ਆਫ ਟੂ ਸਿਟੀਜ਼ ਦੇ ਚੈਪਟਰ 5 ਚੋਂ ਲਈ ਗਈ ਹੈ। ਹੁਣ ਇਸ ਦੇ ਵਿੱਚ ਹੈ ਕੀ ਹੈ, ਕਹਿੰਦੇ ਇਹ ਜਿਹੜਾ ਸੀਨ ਹੈ ਇਹ ਡਿਸਕ੍ਰਾਈਬਸ ਦਾ ਪਾਵਰਟੀ ਆਫ ਪੀਪਲ ਔਨ ਦਾ ਸਟਰੀਟ ਆਫ ਸੇਂਟ ਐਂਟਵਾਈਨ ਇਨ ਪੈਰਿਸ ਜਸਟ ਬਿਫੋਰ ਦਾ ਫ੍ਰੈਂਚ ਰੈਵੋਲੂਸ਼ਨ। ਤਾਂ ਮੈਂ ਬੇਟਾ ਥੋੜ੍ਹਾ ਤੁਹਾਨੂੰ ਹਿਸਟਰੀ 'ਚ ਦੱਸਦਾ, ਸ਼ਾਇਦ ਤੁਸੀਂ ਪੜ੍ਹਿਆ ਵੀ ਹੋਵੇ। ਇੱਕ ਫਰਾਂਸ ਦੇ ਵਿੱਚ ਕ੍ਰਾਂਤੀ ਆਈ ਸੀ, ਫ੍ਰੈਂਚ ਰੈਵੋਲੂਸ਼ਨ ਕਹਿੰਦੇ ਆ ਇਹਨੂੰ। ਇਹ ਆਈ ਸੀ 1789 ਦੇ ਵਿੱਚ, 1799 ਈਸਵੀ ਦੇ ਵਿੱਚ ਆਈ ਸੀ। ਕਾਫੀ ਜ਼ਿਆਦਾ ਖੂਨ ਖਰਾਬਾ ਹੋਇਆ ਸੀ, ਬਹੁਤ ਜ਼ਿਆਦਾ ਲੋਕਾਂ ਦੀ ਡੈਥ ਹੋਈ, ਇੱਕ ਦੂਜੇ ਨੂੰ ਮਾਰਿਆ ਲੋਕਾਂ ਨੇ, ਬਹੁਤ ਖੂਨ ਖਰਾਬਾ ਹੋਇਆ ਸੀ। ਉਸ ਤੋਂ ਪਹਿਲਾਂ ਦੇ ਹਾਲਾਤਾਂ ਦੇ ਉੱਪਰ ਲਿਖੀ ਗਈ ਹੈ, ਮਤਲਬ ਫ੍ਰੈਂਚ ਰੈਵੋਲੂਸ਼ਨ ਤੋਂ ਪਹਿਲਾਂ ਦੇ ਹਾਲਾਤਾਂ ਦੇ ਉੱਪਰ ਇਹ ਸਟੋਰੀ ਲਿਖੀ ਹੋਈ ਹੈ। ਤੇ ਇਹ ਕਿਹੜੀ ਜਗ੍ਹਾ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ? ਪੈਰਿਸ, ਕਿਉਂਕਿ ਪੈਰਿਸ ਤੁਹਾਨੂੰ ਪਤਾ ਬੇਟਾ ਫਰਾਂਸ ਦੇਸ਼ ਦੀ ਰਾਜਧਾਨੀ ਹੈ। ਤਾਂ ਪੈਰਿਸ ਦੇ ਵਿੱਚ ਇੱਕ ਜਗ੍ਹਾ ਹੈ ਸੇਂਟ ਐਂਟਵਾਈਨ। ਸੇਂਟ ਐਂਟਵਾਈਨ ਇੱਕ ਸਟਰੀਟ ਹੈ ਪੈਰਿਸ ਦੇ ਵਿੱਚ, ਤੇ ਉੱਥੇ ਦੀ ਇਹ ਸੀਨ ਹੈ ਜਿਹੜੀ ਕਿ ਹੈ ਨਾ ਸਟਰੀਟ ਸੀਨ। ਸਟਰੀਟ ਮਤਲਬ ਗਲੀ, ਕੋਈ ਮੁਹੱਲਾ ਹੈ ਨਾ, ਗਲੀ ਮੁਹੱਲਾ। ਤਾਂ ਸਟਰੀਟ ਦਾ ਸੀਨ ਹੈ ਇਹ। ਉਹ ਕਿਹੜੀ ਸਟਰੀਟ ਦਾ ਸੀਨ ਹੈ? ਸੇਂਟ ਐਂਟਵਾਈਨ ਸਟਰੀਟ ਦਾ ਸੀਨ ਹੈ। ਕਿੱਥੇ ਹੈ? ਪੈਰਿਸ ਦੇ ਵਿੱਚ। ਤੇ ਇਹ ਕਿਸ ਤਰ੍ਹਾਂ ਦਿਖਾਈ ਗਈ ਹੈ ਕਿ ਫ੍ਰੈਂਚ ਰੈਵੋਲੂਸ਼ਨ, ਜਿਹੜੀ ਫਰਾਂਸ ਦੀ ਕ੍ਰਾਂਤੀ ਹੋਈ ਹੈ, ਜਿਹੜੀ ਕਿ 1799 ਈਸਵੀ ਦੇ ਵਿੱਚ ਹੋਈ ਸੀ, ਉਸ ਤੋਂ ਪਹਿਲਾਂ ਦਾ ਸੀਨ ਇਸ ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ। ਤੇ ਕੀ ਡਿਸਕ੍ਰਾਈਬ ਕੀਤਾ ਗਿਆ? ਡਿਸਕ੍ਰਾਈਬ ਦਾ ਮਤਲਬ ਵਰਣਨ ਕੀਤਾ ਗਿਆ। ਕੀ ਵਰਣਨ ਕੀਤਾ ਗਿਆ? ਕਿ ਉੱਥੇ ਦੀ ਪਾਵਰਟੀ ਕਿੰਨੀ ਸੀ, ਗਰੀਬੀ ਉੱਥੇ ਦੇ ਲੋਕਾਂ ਦੀ, ਪੈਰਿਸ ਦੇ ਲੋਕਾਂ ਦੀ ਗਰੀਬੀ, ਖਾਸ ਤੌਰ 'ਤੇ ਸੇਂਟ ਐਂਟਵਾਈਨ ਸਟਰੀਟ ਦੇ ਲੋਕਾਂ ਦੀ ਗਰੀਬੀ ਕਿੰਨੇ ਗਰੀਬ ਸੀਗੇ, ਕਿੰਨੇ ਵਿਚਾਰੇ ਦਲਿੱਦਰੀ ਦੀ ਜ਼ਿੰਦਗੀ ਜੀ ਰਹੇ ਸੀ। ਇਹ ਸਟੋਰੀਜ਼ ਨੂੰ ਸਾਨੂੰ ਪੜ੍ਹ ਕੇ ਮਿਲਦਾ ਹੈ। ਛੋਟਾ ਜਿਹੀ ਘਟਨਾ ਹੈ, ਲੇਕਿਨ ਉਹ ਛੋਟੀ ਜਿਹੀ ਘਟਨਾ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲੋਕਾਂ ਦੀ ਹਾਲਤ ਕਿੰਨੀ ਬੱਤਰ ਸੀਗੀ। ਤਾਂ ਅਸੀਂ ਸਟੋਰੀ ਸ਼ੁਰੂ ਕਰਦੇ ਹਾਂ। A large cask of wine had been dropped and broken in the street। ਤਾਂ ਹੁਣ ਇਹ ਜਿਹੜੀ ਗਲੀ ਹੈ, ਸਟਰੀਟ ਹੈ, ਇਸ ਦੇ ਵਿੱਚ ਇੱਕ ਬਹੁਤ ਵੱਡਾ ਸ਼ਰਾਬ ਦਾ ਕਾਸਕ, ਲਾਰਜ ਕਾਸਕ। ਕਾਸਕ ਦਾ ਮਤਲਬ ਆਪਾਂ ਪੰਜਾਬੀ 'ਚ ਬੇਟਾ ਪੀਪਾ ਕਹਿ ਸਕਦੇ ਹਾਂ, ਢੋਲ ਕਹਿ ਸਕਦੇ ਹਾਂ ਕਾਸਕ ਨੂੰ। ਇਹ ਕਾਸਕ ਸ਼ਬਦ ਤੁਹਾਨੂੰ ਪਤਾ ਹੈ
ਗੁਲੀਵਰ ਇਨ ਲਿਲੀਪੁਟ ਵਾਲੇ ਸਟੋਰੀ 'ਚ ਵੀ ਆਇਆ ਸੀ। ਤਾਂ ਕਾਸਕ ਦਾ ਮਤਲਬ ਹੁੰਦਾ ਹੈ ਢੋਲ ਜਾਂ ਪੀਪਾ। ਤਾਂ ਬਹੁਤ ਵੱਡਾ ਪੀਪਾ ਜਾਂ ਢੋਲ ਕਿਹਦਾ? ਵਾਈਨ ਦਾ। ਵਾਈਨ ਤੁਹਾਨੂੰ ਪਤਾ ਸ਼ਰਾਬ ਨੂੰ ਕਿਹਾ ਜਾਂਦਾ ਹੈ ਜੋ ਅੰਗੂਰਾਂ ਤੋਂ ਬਣਦੀ ਹੈ, ਗ੍ਰੇਪਸ ਤੋਂ ਬਣਦੀ ਹੈ। ਤਾਂ ਉਹਦਾ ਜਿਹੜੀ ਵਾਈਨ ਦਾ ਬਹੁਤ ਵੱਡਾ ਕਾਸਕ ਕੀ ਹੋ ਗਿਆ? ਡਰੋਪਡ, ਗਿਰ ਗਿਆ ਅਤੇ ਬ੍ਰੋਕਨ ਇਨ ਦਾ ਸਟਰੀਟ, ਅਤੇ ਟੁੱਟ ਗਿਆ ਗਲੀ 'ਚ। ਉਹ ਜਿਹੜੀ ਸੇਂਟ ਐਂਟਵਾਈਨ ਸਟਰੀਟ ਹੈ ਪੈਰਿਸ ਦੇ ਵਿੱਚ, ਉੱਥੇ ਇੱਕ ਵੱਡਾ ਸਾਰਾ ਪੀਪਾ ਸ਼ਰਾਬ ਦਾ ਗਿਰ ਗਿਆ ਤੇ ਟੁੱਟ ਗਿਆ। The accident had happened when it was being taken out of a cart. ਹੁਣ ਇਹ ਐਕਸੀਡੈਂਟ ਕਿਉਂ ਹੋਇਆ, ਕਿਉਂ ਟੁੱਟਿਆ, ਇਹ ਦੁਰਘਟਨਾ ਕਿਉਂ ਹੋਈ? ਇਸ ਕਰਕੇ ਹੋਈ ਕਿਉਂਕਿ ਇਸ ਨੂੰ, ਇਟ ਦਾ ਮਤਲਬ ਇੱਥੇ ਕਿਸ ਨੂੰ ਕਿਹਾ ਗਿਆ? ਲਾਰਜ ਕਾਸਕ ਨੂੰ ਕਿਹਾ ਗਿਆ। ਤੇ ਇਸ ਨੂੰ ਇੱਕ ਕਾਟ ਦਾ ਮਤਲਬ ਠੇਲਾ, ਰੇੜਾ, ਤਾਂ ਰੇੜੇ ਤੋਂ ਉਤਾਰਿਆ ਜਾ ਰਿਹਾ ਸੀ। ਟੇਕਨ ਆਊਟ, ਟੇਕਨ ਆਊਟ ਦਾ ਮਤਲਬ ਉਤਾਰਿਆ ਜਾਣਾ। ਟੇਕ ਆਊਟ, ਟੇਕ ਇਨ ਦਾ ਮਤਲਬ ਵਿੱਚ ਰੱਖਣਾ, ਟੇਕ ਆਊਟ ਦਾ ਮਤਲਬ ਬਾਹਰ ਕੱਢਣਾ। ਤਾਂ ਫਰੇਜ਼ਲ ਵਰਬ ਹੁੰਦੀ ਹੈ, ਤੁਹਾਨੂੰ ਪਤਾ ਹੈ ਨਾ। ਤਾਂ ਇਹ ਜਿਹੜੀਆਂ ਫਰੇਜ਼ਲ ਵਰਬਸ ਹੁੰਦੀਆਂ ਨੇ ਇਹਨਾਂ ਦਾ ਤੁਸੀਂ ਧਿਆਨ ਰੱਖਣਾ ਹੈ। ਟੇਕ ਦਾ ਮਤਲਬ ਲੈਣਾ ਹੁੰਦਾ, ਲੇਕਿਨ ਟੇਕ ਇਨ ਤੇ ਟੇਕ ਆਊਟ ਦਾ ਮਤਲਬ ਬਦਲ ਜਾਂਦਾ ਹੈ। ਟੇਕ ਆਊਟ ਦਾ ਮਤਲਬ ਉਤਾਰਨਾ ਹੈ ਨਾ। ਤਾਂ ਇਸ ਤਰੀਕੇ ਨਾਲ ਇਹ ਸਾਡੀਆਂ ਫਰੇਜ਼ਲ ਵਰਬਸ ਆਉਂਦੀਆਂ ਨੇ। The hoops of the cask had burst and red wine began to run over rough stones. ਹੁਣ ਤੁਹਾਨੂੰ ਪਤਾ ਵੀ ਜਿਹੜਾ ਪੀਪਾ ਹੁੰਦਾ ਨਾ, ਪੀਪੇ ਜਿਵੇਂ ਸਪੋਜ਼ ਕਰੋ ਪੀਪਾ ਇਸ ਤਰ੍ਹਾਂ ਦਾ ਹੁੰਦਾ ਹੈ ਨਾ, ਤਾਂ ਇਹਦਾ ਉੱਪਰ ਢੱਕਣ ਹੁੰਦਾ। ਤਾਂ ਆਹ ਢੱਕਣ ਦੇ ਨਾਲ ਨਾ ਇਸ ਨੂੰ ਬੰਨ੍ਹ ਕੇ ਰੱਖਣ ਦੇ ਲਈ ਹੂਪਸ ਲਗਾਏ ਜਾਂਦੇ ਨੇ। ਹੂਪਸ ਦਾ ਮਤਲਬ ਉਸ ਦੀ ਸਪੋਰਟ ਲਈ, ਤਾਂ ਕਿ ਇਹ ਗਿਰ ਨਾ ਜਾਵੇ। ਤਾਂ ਆਹ ਵਾਲੇ ਜਿਹੜੇ ਹੂਪਸ ਸੀਗੇ, ਇਹਨੂੰ ਆਪਾਂ ਹੂਪਸ ਕਹਿੰਦੇ ਆ, ਇਹ ਟੁੱਟ ਗਏ। ਦਾ ਹੂਪਸ ਆਫ ਦਾ ਕਾਸਕ, ਇਹ ਜਿਹੜੇ ਢੋਲ ਦੇ ਹੂਪਸ ਜਿਹੜੇ ਹੈਡ ਬਸਟ, ਫਟ ਗਏ, ਟੁੱਟ ਗਏ। ਐਂਡ ਰੈਡ ਵਾਈਨ ਬਿਗੇਨ ਟੂ ਰਨ ਓਵਰ ਰਫ ਸਟੋਨਸ। ਹੁਣ ਵਾਈਨ ਜਿਹੜੀ ਪਿਓਰ ਵਾਈਨ ਹੁੰਦੀ ਹੈ ਬੇਟਾ, ਉਹ ਰੈੱਡ ਵਾਈਨ ਹੁੰਦੀ ਹੈ। ਉਹ ਗ੍ਰੇਪਸ ਦੀ ਜਿਹੜੀ ਬਣਦੀ ਹੈ ਰੈੱਡ ਵਾਈਨ ਹੁੰਦੀ ਹੈ, ਕਾਫੀ ਮਹਿੰਗੀ ਹੁੰਦੀ ਹੈ। ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਮਹਿੰਗੀ ਹੈ ਜਿਹੜੀ ਵਧੀਆ ਰੈੱਡ ਵਾਈਨ ਹੈ। ਤਾਂ ਰੈੱਡ ਵਾਈਨ ਜਿਹੜੀ ਹੈ ਉਹ ਗਲੀ ਦੇ ਜਿਹੜੇ ਰਫ ਸਟੋਨ ਸੀਗੇ, ਹੁਣ ਗਲੀ ਪੱਥਰਾਂ ਦੀ ਬਣੀ ਹੋਈ ਸੀ, ਸਟੋਨਸ ਛੋਟੇ ਛੋਟੇ ਪੱਥਰਾਂ ਦੀ ਬਣੀ ਹੋਈ ਸੀ, ਉਹਦੇ ਵਿੱਚੋਂ ਦੀ ਰਨ ਓਵਰ, ਡੁੱਲ ਗਈ ਸਾਰੀ ਸ਼ਰਾਬ। ਰੈੱਡ ਵਾਈਨ ਬਿਗੇਨ ਟੂ ਰਨ ਓਵਰ ਥਰੂ ਸਟੋਨਸ, ਸਟੋਨ ਦੇ ਵਿੱਚੋਂ ਦੀ ਹੁੰਦੀ ਹੋਈ, ਪੱਥਰਾਂ ਦੇ ਵਿੱਚੋਂ ਦੀ ਹੁੰਦੀ ਹੋਈ ਉਹ ਜਿਹੜੀ ਸ਼ਰਾਬ ਸੀ ਉਹ ਡੁੱਲ ਗਈ, ਕਿਉਂਕਿ ਹੂਪਸ ਜਿਹੜੇ ਕਾਸਕ ਦੇ ਢੋਲ ਦੇ ਜਿਹੜੇ ਹੂਪਸ ਸੀਗੇ ਉਹ ਸਾਰੇ ਟੁੱਟ ਗਏ। ਲਿਟਲ ਪੂਲਸ ਆਫ ਇਟ ਫੋਰਮਡ ਇਨ ਦਾ ਹੋਲੋਜ਼ ਐਂਡ ਕ੍ਰੈਕਸ ਅਮੰਗ ਦਾ ਸਟੋਨਸ। ਹੁਣ ਜਿਹੜੀ ਗਲੀ ਬਣੀ ਹੋਈ ਸੀਗੀ ਉਹ ਤੁਹਾਨੂੰ ਪਤਾ ਹੈ ਛੋਟੇ ਛੋਟੇ ਪੱਥਰਾਂ ਦੀ ਬਣੀ ਹੋਈ ਸੀ, ਤਾਂ ਉਹ ਪੱਥਰਾਂ ਦੇ ਵਿੱਚੋਂ ਦੀ ਕ੍ਰੈਕਸ, ਜਿਹੜੀਆਂ ਤੇੜਾਂ ਜਿਹੀਆਂ ਹੁੰਦੀਆਂ ਨੇ, ਉਹਦੇ ਵਿੱਚੋਂ ਦੀ ਵਗਣ ਲੱਗ ਗਈ। ਅਤੇ ਹੋਲੋਜ਼ ਐਂਡ ਕ੍ਰੈਕਸ, ਹੋਲੋਜ਼ ਦਾ ਮਤਲਬ ਤੁਸੀਂ ਲਾ ਲਓ ਜਿਵੇਂ ਹੁਣ ਆਪਣੇ ਵਰਗੀਆਂ ਗਲੀਆਂ ਤਾਂ ਹੈ ਨਹੀਂ ਸੀਗੀਆਂ, ਅੱਜ ਕੱਲ੍ਹ ਤਾਂ ਗਲੀਆਂ ਬੜੀਆਂ ਵਧੀਆ ਹੋ ਗਈਆਂ, ਲੇਕਿਨ ਥੋੜ੍ਹੇ ਥੋੜ੍ਹੇ ਟੋਏ ਵੀ ਸੀਗੇ। ਤਾਂ ਉਹਨਾਂ ਟੋਇਆਂ ਦੇ ਵਿੱਚ ਜਦੋਂ ਸ਼ਰਾਬ ਗਈ ਤਾਂ ਉਹਦੇ ਲਿਟਲ ਪੂਲਸ ਬਣ ਗਏ, ਛੋਟੇ ਛੋਟੇ ਪੂਲ ਬਣ ਗਏ, ਟੋਬੇ ਜੇ, ਛੋਟੇ ਛੋਟੇ ਟੋਬੇ ਜੇ ਬਣ ਗਏ ਸ਼ਰਾਬ ਦੇ, ਕਿਉਂਕਿ ਸ਼ਰਾਬ ਸਾਰੀ ਡੁੱਲ ਗਈ। ਬਹੁਤ ਵੱਡਾ ਢੋਲ ਗਿਰਿਆ ਸੀ, ਗਲੀ ਓਡੀ ਜ਼ਿਆਦਾ ਵੱਡੀ ਹੈ ਨਹੀਂ ਸੀਗੀ, ਅਤੇ ਪੱਥਰਾਂ ਦੀ ਬਣੀ ਹੋਈ ਸੀ, ਪੱਥਰਾਂ ਦੇ ਕ੍ਰੈਕਸ ਦੇ ਵਿੱਚੋਂ ਦੀ ਗੁਜ਼ਰੀ ਸ਼ਰਾਬ, ਅਤੇ ਜਿੱਥੇ ਜਿੱਥੇ ਉਸ ਨੂੰ ਟੋਏ ਮਿਲੇ ਉੱਥੇ ਲਿਟਲ ਪੂਲਸ ਬਣ ਗਏ। ਤਾਂ ਇਹ ਸਾਰੀ ਚੀਜ਼ ਡਿਸਕ੍ਰਾਈਬ ਕੀਤੀ ਗਈ ਹੈ। Immediately, all the people nearby left whatever they were doing and ran to the spot to drink the wine. ਹੁਣ ਦੇਖੋ ਬੇਟਾ, ਇਸ ਪੈਰੇ ਦੇ ਵਿੱਚ ਦੱਸਿਆ ਗਿਆ ਕਿ ਲੋਕਾਂ ਦੀ ਹਾਲਤ, ਲੋਕਾਂ ਦੀ ਜਰਜਰ ਹਾਲਤ, ਉਹ ਕਿੰਨੇ ਗਰੀਬ ਸੀਗੇ ਅਤੇ ਉਹਨਾਂ ਨੇ ਕੀ ਕੀਤਾ। ਇਮੀਡੀਏਟਲੀ ਮਤਲਬ ਉਸੇ ਸਮੇਂ ਸਾਰੇ ਲੋਕ, ਆਲ ਦਾ ਪੀਪਲ, ਨੀਅਰ ਬਾਏ ਜਿਹੜੇ ਨੇੜੇ ਖੜ੍ਹੇ ਸੀਗੇ, ਕੰਮਕਾਜ ਕਰ ਰਹੇ ਸੀ ਆਪਣੇ, ਨੀਅਰ ਬਾਏ ਲੈਫਟ ਵਟ ਏਵਰ ਦੇ ਵਰ ਡੂਇੰਗ, ਉਹਨਾਂ ਨੇ ਉਹ ਸਾਰਾ ਕੰਮ ਜੋ ਕਰ ਰਹੇ ਸੀ, ਵਟ ਏਵਰ ਦੇ ਵਰ ਡੂਇੰਗ, ਜੋ ਕੰਮ ਕਰ ਰਹੇ ਸੀ, ਲੈਫਟ, ਛੱਡਤਾ ਉਹਨਾਂ ਨੇ ਕੰਮ, ਉਹ ਕੰਮ ਛੱਡਤਾ। ਐਂਡ ਰੇਨ ਟੂ ਦਾ ਸਪੋਟ, ਅਤੇ ਉਹ ਉਸ ਜਗ੍ਹਾ ਪਹੁੰਚੇ, ਸਪੋਟ ਦਾ ਮਤਲਬ ਜਗ੍ਹਾ ਪਹੁੰਚੇ, ਕਾਹਦੇ ਲਈ? ਆਹ ਚੀਜ਼ ਦੇਖਣ ਲਈ ਹੈ, ਟੂ ਡਰਿੰਕ ਦਾ ਵਾਈਨ, ਸ਼ਰਾਬ ਪੀਣ ਲਈ। ਹੁਣ ਉਹ ਲੋਕਾਂ ਦੇ ਲਈ ਉਹ ਜਿਹੜੀ ਸ਼ਰਾਬ ਡੁੱਲੀ ਗਲੀ ਦੇ ਵਿੱਚ, ਉਹਨੂੰ ਪੀਣ ਦੇ ਲਈ, ਡੁੱਲੀ ਹੋਈ ਸ਼ਰਾਬ ਨੂੰ ਪੀਣ ਦੇ ਲਈ ਲੋਕ ਭੱਜੇ। ਤਾਂ ਪਹਿਲੀ ਲਾਈਨ ਤੋਂ ਹੀ ਪਤਾ ਲੱਗ ਗਈ ਕਿ ਲੋਕਾਂ ਦੀ ਹਾਲਤ ਕੀ ਹੈ। ਚਲੋ, ਦਾ ਪਲੇਸ ਆਫ ਐਕਸੀਡੈਂਟ ਵਾਜ਼ ਸਰਾਊਂਡਡ ਬਾਈ ਅ ਕਰਾਊਡ ਆਫ ਪੀਪਲ। ਹੁਣ ਇਹ ਜਿਹੜਾ ਐਕਸੀਡੈਂਟ ਦੀ ਜਗ੍ਹਾ ਸੀ ਜਿੱਥੇ ਸ਼ਰਾਬ ਡੁੱਲੀ, ਉਹ ਪੂਰੀ ਤਰ੍ਹਾਂ ਸਰਾਊਂਡ ਹੋ ਗਈ, ਆਲੇ ਦੁਆਲੇ ਪੂਰੇ ਲੋਕ ਆ ਗਏ। ਬਾਈ ਅ ਕਰਾਊਡ ਆਫ ਪੀਪਲ, ਲੋਕਾਂ ਦਾ ਇੱਕ ਭਾਰੀ ਇਕੱਠ, ਕਰਾਊਡ ਦਾ ਮਤਲਬ ਇਕੱਠ, ਉਹਦੇ ਨਾਲ ਪੂਰੀ ਘਿਰ ਗਈ ਉਹ ਜਿਹੜੀ ਜਗ੍ਹਾ ਸੀਗੀ। Some knelt down and tried to gather it in their hands and sip before it ran out between their fingers. ਤਾਂ ਪਹਿਲਾਂ ਆਪਾਂ ਕਰਨ ਦੀ ਬਜਾਏ ਬੇਟਾ ਥੋੜ੍ਹਾ ਜਿਹਾ ਆਪਾਂ ਇਹਦੇ ਨੋਟਸ ਵੱਲ ਵੀ ਦੇਖ ਲਈਏ। ਮੈਂ ਨੋਟਸ ਵੀ ਇਸ ਦੇ ਨਾਲ ਹੀ ਲਗਾਏ ਹੈ। ਤਾਂ ਨੋਟਸ ਦੇ ਵਿੱਚ ਬੇਟਾ ਜਿਹੜਾ ਕਿ ਤੁਹਾਨੂੰ ਮੈਂ ਦੱਸਿਆ ਕਿ 79-80 ਪੇਜ 'ਤੇ ਹੈ। ਆ ਦੇਖੋ, ਆ ਸਟਰੀਟ ਸੀਨ ਦੇ ਨੋਟਸ ਹੈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਗਲੋਸਰੀ ਹੈ,
ਤਾਂ ਗਲੋਸਰੀ ਦੇ ਵਿੱਚ ਆ ਜਿੰਨੇ ਵਰਡਸ ਆਏ ਆ ਇਹਨਾਂ ਦੇ ਮਤਲਬ ਬੇਟਾ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇੰਗਲਿਸ਼ ਇਲੈਕਟਿਵ ਕਰਨ ਦਾ ਤਾਂ ਹੀ ਫਾਇਦਾ ਜੇਕਰ ਤੁਸੀਂ ਵੱਧ ਤੋਂ ਵੱਧ ਵੋਕੈਬਲਰੀ, ਮੈਂ ਬੜਾ ਜ਼ੋਰ ਦਿੰਦਾ ਹੁੰਦਾ ਆਪਣੇ ਸਟੂਡੈਂਟਸ ਨੂੰ ਕਿ ਤੁਸੀਂ ਆਪਣੀ ਵੋਕੈਬਲਰੀ ਵੱਧ ਤੋਂ ਵੱਧ ਬਣਾਉਣੀ ਹੈ। ਦੇਖੋ ਆਪਾਂ ਕਾਸਕ ਦਾ ਮਤਲਬ ਪਤਾ ਕਰ ਚੁੱਕੇ, ਹੂਪਸ ਦਾ ਮਤਲਬ ਮੈਂ ਤੁਹਾਨੂੰ ਦੱਸਤਾ, ਹੋਲੋਜ਼ ਐਂਡ ਕਰੈਕਸ ਦਾ ਮਤਲਬ ਦੱਸਤਾ। ਤਾਂ ਇਹਨਾਂ ਸਾਰਿਆਂ ਦੇ ਮਤਲਬ ਮੈਂ ਤੁਹਾਨੂੰ ਦੱਸੀ ਜਾ ਰਿਹਾ। ਪੰਜਾਬੀ ਤੁਹਾਨੂੰ ਮੈਂ ਦੱਸੀ ਜਾ ਰਿਹਾ, ਇੰਗਲਿਸ਼ 'ਚ ਇਹਨਾਂ ਦੇ ਨਾਲ ਲਿਖੇ, ਤਾਂ ਇਹ ਵੀ ਇੱਕ ਵਾਰੀ ਪੜ੍ਹ ਲੈਣੇ ਆ। ਅਤੇ ਇਸ ਦੇ ਨੀਚੇ ਹੀ ਜਿਹੜੀ ਚੀਜ਼ ਮੇਨ ਦੇਖਣ ਵਾਲੀ ਹੈ ਕਿ ਆਨਸਰ ਦਾ ਫੋਲੋਇੰਗ ਕੁਐਸਚਨਸ। ਇਹ ਛੋਟੇ ਸ਼ਾਰਟ ਟਾਈਪ ਆਨਸਰ ਕੁਐਸਚਨ ਹੈ ਜੀ, ਸ਼ਾਰਟ ਆਨਸਰ ਟਾਈਪ ਜਿਹਨੂੰ ਆਪਾਂ ਕਹਿੰਦੇ। ਤਾਂ ਪਹਿਲਾ ਕੁਐਸਚਨ ਹੈ, ਕਹਿੰਦੇ ਡਿਸਕ੍ਰਾਈਬ ਬਰੀਫਲੀ ਹਾਊ ਅ ਕਾਸਕ ਆਫ ਵਾਈਨ ਹੈਡ ਬੀਨ ਬ੍ਰੋਕਨ ਇਨ ਦਾ ਸਟਰੀਟ। ਕਿ ਡਿਸਕ੍ਰਾਈਬ ਦਾ ਮਤਲਬ ਵਰਣਨ ਕਰੋ ਕਿ ਕਿਸ ਤਰ੍ਹਾਂ ਜਿਹੜਾ ਵਾਈਨ ਦਾ ਢੋਲ ਸੀਗਾ, ਸ਼ਰਾਬ ਦਾ ਢੋਲ ਸੀ, ਉਹ ਸਟਰੀਟ ਦੇ ਵਿੱਚ ਟੁੱਟ ਗਿਆ। ਤਾਂ ਇਹਦਾ ਆਨਸਰ ਤੁਸੀਂ ਕੀ ਲਿਖ ਸਕਦੇ ਹੋ? ਇਸ ਦਾ ਆਨਸਰ ਤੁਸੀਂ ਸਿੰਪਲ ਜੋ ਮੈਂ ਤੁਹਾਨੂੰ ਦੱਸਿਆ ਹੈ ਸ਼ੁਰੂਆਤ ਦੇ ਵਿੱਚ ਹੀ ਆਇਆ ਕਿ the accident had happened when it was being taken out of the cart, the hoops of the cask had burst and red wine began to run over through stones। ਤਾਂ ਇਹ ਦੇ 2 ਲਾਈਨਾਂ 'ਚ ਆਨਸਰ ਹੈ। ਇਹ ਜਿਹੜੇ ਸ਼ੋਰਟ ਆਨਸਰ ਟਾਈਪ ਕੁਐਸਚਨਸ ਨੇ ਇਹਨਾਂ ਨੂੰ ਅਸੀਂ ਜੇਕਰ ਚੈਪਟਰ ਚੰਗੀ ਤਰ੍ਹਾਂ ਪੜ੍ਹਿਆ, ਜੇਕਰ ਅਸੀਂ ਸਟੋਰੀ ਚੰਗੀ ਤਰ੍ਹਾਂ ਪੜ੍ਹੀ ਹੈ, ਮੇਰੇ ਤੋਂ ਸਮਝੀ ਹੈ ਤੁਸੀਂ ਦੀਪਕ ਸਰ ਤੋਂ, ਤਾਂ ਤੁਹਾਨੂੰ ਆਨਸਰ ਦੇਣ 'ਚ ਕੋਈ ਦਿੱਕਤ ਨਹੀਂ ਆਏਗੀ। ਤਾਂ ਤੁਸੀਂ ਆਨਸਰ ਲਿਖ ਸਕਦੇ ਹੋ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਕਹਿੰਦੇ some knelt down and tried to gather in their hands and sip before it ran out between their fingers। ਹੁਣ ਦੇਖੋ ਉਹਨਾਂ ਨੇ ਕਰਿਆ ਕੀ, ਆ ਕੇ ਆਪਣੇ ਕੰਮਕਾਰ ਛੱਡਤੇ, ਸ਼ਰਾਬ ਜਿਹੜੀ ਗਿਰੀ ਹੋਈ ਸੀ ਉਹਦੇ ਕੋਲੇ ਆ ਗਏ। ਤਾਂ some knelt down, ਨੀਲ ਡਾਊਨ ਵੀ ਕੀ ਹੁੰਦਾ ਹੈ? ਇਹ ਵੀ ਫਰੇਜ਼ਲ ਵਰਬ ਹੁੰਦੀ ਹੈ ਬੇਟਾ। ਨੀਲ ਡਾਊਨ ਦਾ ਮਤਲਬ ਹੁੰਦਾ ਹੈ ਝੁਕ ਜਾਣਾ, ਝੁਕਣਾ, ਠੀਕ ਹੈ, ਨੀਲ ਡਾਊਨ। ਤਾਂ ਨੀਲ ਡਾਊਨ ਉਹ ਝੁਕ ਗਏ, ਕੁਛ ਲੋਕ ਝੁਕ ਗਏ ਅਤੇ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ, ਦੇਅਰ ਹੈਂਡਸ, ਆਪਣੇ ਹੱਥਾਂ ਦੇ ਵਿੱਚ ਟਰਾਈ ਟੂ ਗੈਦਰ ਦਾ ਮਤਲਬ ਪਕੜਨ ਦੀ ਕੋਸ਼ਿਸ਼ ਕੀਤੀ। ਹੁਣ ਤੁਸੀਂ ਦੇਖੋ ਸ਼ਰਾਬ ਹੈ ਤਾਂ ਤਰਲ ਹੈ ਨਾ, ਉਹਨੂੰ ਆਪਣੇ ਹੱਥਾਂ 'ਚ ਪਕੜਨ ਦੀ ਕੋਸ਼ਿਸ਼ ਕੀਤੀ ਸ਼ਰਾਬ ਨੂੰ। ਐਂਡ ਸਿਪ, ਅਤੇ ਪੀਣ ਦੀ ਕੋਸ਼ਿਸ਼ ਕੀਤੀ। ਸਿਪ ਦਾ ਮਤਲਬ ਪੀਣ ਦੀ ਕੋਸ਼ਿਸ਼ ਕੀਤੀ। ਬਿਫੋਰ ਇਟ ਰੈਨ ਆਊਟ ਬਿਟਵੀਨ ਦੇਅਰ ਫਿੰਗਰਸ, ਤਾਂ ਕਿ ਫਿੰਗਰਸ ਦੇ ਵਿੱਚੋਂ ਦੀ ਪਹਿਲਾਂ ਦੇਖੋ ਜਦੋਂ ਆਪਾਂ ਕਿਸੇ ਦਰਵ ਨੂੰ ਆਪਣੇ ਹੱਥਾਂ 'ਚ ਪਕੜਾਂਗੇ ਤਾਂ ਦਰਵ ਜ਼ਿਆਦਾ ਦੇਰ ਤੱਕ ਤਾਂ ਰਹਿੰਦਾ ਨਹੀਂ। ਇਹ ਪਾਣੀ ਵੀ ਰੱਖਦੇ ਹਾਂ ਆਪਣੇ ਹੱਥਾਂ 'ਚ, ਆਪਾਂ ਜਲ ਭਰਦੇ ਹਾਂ ਤਾਂ ਪਾਣੀ ਕੁਝ ਦੇਰ ਬਾਅਦ ਨੀਚੇ ਖਿਸਕ ਜਾਂਦਾ, ਨੀਚੇ ਡੁੱਲ ਜਾਂਦਾ। ਤਾਂ ਇਸ ਤੋਂ ਪਹਿਲਾਂ ਕਿ ਫਿੰਗਰਸ ਦੇ ਵਿੱਚੋਂ ਹੁੰਦੀ ਹੋਈ ਸ਼ਰਾਬ ਰੈਨ ਆਊਟ ਨਿਕਲ ਜੇ, ਉਸ ਤੋਂ ਪਹਿਲਾਂ ਉਹਨਾਂ ਨੇ ਸਿਪ ਕਰਨ ਦੀ ਕੋਸ਼ਿਸ਼ ਕੀਤੀ। ਡੁੱਲੀ ਹੋਈ ਸ਼ਰਾਬ ਨੂੰ ਉਂਜਲ ਭਰ ਕੇ ਤੇ ਉਸ ਨੂੰ ਸਿਪ ਕਰਨ ਦੀ ਕੋਸ਼ਿਸ਼ ਕੀਤੀ। ਸਮ ਬ੍ਰੌਟ ਮਗਸ ਐਂਡ ਟਰਾਈ ਟੂ ਫਿਲ ਦੈਮ। ਕੁਛ ਲੋਕ ਮੱਗ ਚੱਕ ਲਿਆਏ, ਮੱਗ ਹੁੰਦੇ ਨੇ, ਉਹ ਮੱਗ ਚੱਕ ਲਿਆਏ ਅਤੇ ਦੇਖੋ ਉਹਨੂੰ ਐਵੇਂ ਰਗੜ ਕੇ, ਜ਼ਮੀਨ 'ਚੋਂ ਰਗੜ ਕੇ ਰਗੜ ਗਏ ਨਾ, ਤਾਂ ਕਿਉਂਕਿ ਉੱਥੇ ਕਿਹੜਾ ਨਦੀ ਵਹਿ ਰਹੀ ਹੈ ਵਾਈਨ ਦੀ, ਉਹ ਤਾਂ ਨੀਚੇ ਉਹਨੂੰ ਡੁੱਲੀ ਹੋਈ ਹੈ। ਅਤੇ ਉਸ ਤੋਂ ਉਹਨਾਂ ਨੇ ਫਿਲ ਕਰਨ ਦੀ ਕੋਸ਼ਿਸ਼ ਕੀਤੀ, ਕੋਸ਼ਿਸ਼ ਕੀਤੀ। ਹਾਲ ਦੇਖੋ ਤੁਸੀਂ ਲੋਕਾਂ ਦਾ ਕੀ ਹੈ, ਇੰਨੀ ਗਰੀਬੀ ਦਰਸਾਈ ਹੋਈ ਹੈ ਕਿ ਉਹ ਵਾਈਨ ਉਹਨਾਂ ਨੂੰ ਐਂ ਲੱਗ ਰਿਹਾ ਜਿਵੇਂ ਪਤਾ ਨਹੀਂ ਕੀ ਚੀਜ਼ ਹੈ ਅਤੇ ਉਸ ਨੂੰ ਪੀਣ ਦੀ ਕੋਸ਼ਿਸ਼ ਕਰ ਰਹੇ। ਬਾਕੀਆਂ ਦਾ ਹਾਲ ਦੇਖੋ, ਕਹਿੰਦੇ ਅਦਰਸ ਡਿਪ ਦੇਅਰ ਹੈਂਕਰਚੀਫਸ ਐਂਡ ਸਕਵੀਜ਼ ਦੈਮ ਇਨ ਦੀ ਮਾਊਥਸ ਆਫ ਦੇਅਰ ਚਿਲਡਰਨ। ਬਾਕੀਆਂ ਨੇ ਕੀ ਕੀਤਾ? ਕੁਛ ਲੋਕ ਤਾਂ ਇਹ ਕਰ ਰਹੇ ਸੀ, ਬਾਕੀਆਂ ਨੇ ਕੀ ਕੀਤੇ? ਆਪਣੇ ਹੈਂਕਰਚੀਫਸ, ਆਪਣੇ ਰੁਮਾਲ ਡਿਪ ਕੀਤੇ ਉਸ ਜਿਹੜੇ ਮਾੜੇ ਮੋਟੇ ਟੋਏ ਬਣੇ ਹੋਏ ਸੀਗੇ ਜਿਹਦੇ 'ਚ ਸ਼ਰਾਬ ਡੁੱਲੀ ਸੀਗੀ, ਤਾਂ ਉਹਦੇ ਵਿੱਚ ਉਹਨਾਂ ਨੇ ਡਿਪ ਕੀਤਾ, ਉਹਨੂੰ ਡੁਬੋਇਆ ਅਤੇ ਫਿਰ ਉਸ ਨੂੰ ਡੁਬੋਣ ਤੋਂ ਬਾਅਦ ਆਪਣੇ ਬੱਚਿਆਂ ਦੇ ਮੂੰਹਾਂ ਦੇ ਵਿੱਚ ਉਹਨੂੰ ਸਕਵੀਜ਼ ਕੀਤਾ, ਨਿਚੋੜਿਆ, ਤਾਂ ਕਿ ਉਹ ਪੀ ਲੈਣ, ਬੱਚੇ ਪੀ ਲੈਣ, ਸ਼ਰਾਬ ਪੀ ਲੈਣ। ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਹੋ ਜਿਹੇ ਲੋਕ ਨੇ ਵੀ ਜਿਹੜੇ ਆਪਣੇ ਬੱਚਿਆਂ ਨੂੰ ਵੀ ਸ਼ਰਾਬ ਪਿਲਾਈ ਜਾਂਦੇ ਨੇ। ਇਹ ਜਿਹੜੀ ਆਪਣੀ ਵੈਸਟਰਨ ਜਿਹੜੀ ਆਪਣੇ ਲੋਕ ਨੇ ਉਹ ਸ਼ਰਾਬ ਨੂੰ ਪੀਣਾ ਕੋਈ ਬਹੁਤ ਜ਼ਿਆਦਾ ਮਾੜਾ ਨਹੀਂ ਸਮਝਦੇ, ਈਵਨ ਕਿ ਬੱਚਿਆਂ ਨੂੰ ਵੀ ਉਹ ਪਿਲਾ ਦਿੰਦੇ ਨੇ। ਤਾਂ ਆਪਣੇ ਕਲਚਰ ਹੋਰ ਹੈ ਬੇਟਾ, ਬਾਹਰ ਵੈਸਟਰਨ ਕਲਚਰ ਹੋਰ ਹੈ, ਅਤੇ ਇੱਥੇ ਵੈਸਟਰਨ ਕਲਚਰ, ਪੱਛਮੀ ਕਲਚਰ ਦਿਖਾਇਆ ਹੋਇਆ। ਤਾਂ ਉਹਨਾਂ ਨੇ ਦੇਖੋ ਇਸ ਤਰੀਕੇ ਦੇ ਨਾਲ ਰੁਮਾਲ ਦੇ ਨਾਲ ਉਸ ਨੂੰ ਪਹਿਲਾਂ ਡਿਪ ਕੀਤਾ, ਫਿਰ ਸਕਵੀਜ਼ ਕੀਤਾ ਆਪਣੇ ਬੱਚਿਆਂ ਦੇ ਮੂੰਹਾਂ 'ਚ। ਬਾਕੀਆਂ ਨੇ ਕੀ ਕੀਤਾ? ਸਮ ਮੇਡ ਸਮੋਲ ਮਡ ਇੰਬੈਂਕਮੈਂਟਸ ਟੂ ਸਟੋਪ ਦਾ ਵਾਈਨ ਐਜ਼ ਇਟ ਰੈਨ। ਹੁਣ ਸਪੋਜ਼ ਕਰੋ ਆਪਣੇ ਘਰਾਂ 'ਚ ਪਾਣੀ ਵੜ ਜੇ, ਬਹੁਤ ਜ਼ਿਆਦਾ ਪਾਣੀ ਆ ਜੇ, ਠੀਕ ਹੈ, ਆਪਾਂ ਕੀ ਕਰਦੇ ਹਾਂ? ਆਪਾਂ ਵੱਟਾਂ ਲਾ ਦਿੰਦੇ ਹਾਂ ਮਿੱਟੀ ਦੀਆਂ ਤਾਂ ਕਿ ਅੰਦਰ ਨਾ ਆਵੇ, ਗਲੀ 'ਚ ਹੀ ਰਹੇ ਪਾਣੀ। ਹੋ ਜਾਂਦਾ ਨਾ ਕਈ ਵਾਰੀ ਬਾਰਿਸ਼ ਇੰਨੀ ਪੈ ਜਾਂਦੀ ਹੈ। ਤਾਂ ਉਹਨਾਂ ਨੇ ਇਹੀ ਕੁਛ ਕੀਤਾ। ਤਾਂ ਉਹਨਾਂ ਨੇ ਕੀ ਕੀਤਾ? ਸਮੋਲ ਮਡ ਇੰਬੈਂਕਮੈਂਟਸ, ਮਡ ਦਾ ਮਤਲਬ ਮਿੱਟੀ, ਇੰਬੈਂਕਮੈਂਟਸ ਦਾ ਮਤਲਬ ਉਹੀ ਵੱਟਾਂ। ਤਾਂ ਮਿੱਟੀ ਦੀਆਂ ਵੱਟਾਂ ਬਣਾਤੀਆਂ ਤਾਂ ਕਿ ਜਿਹੜੀ ਵਾਈਨ ਹੈ ਉਹ ਨਾ ਜ਼ਿਆਦਾ ਰੁੜੇ, ਵੀ ਵਾਈਨ ਇਕੱਠੀ ਰਹੇ, ਆਪਾਂ ਪੀ ਲਈਏ ਇਹਨੂੰ ਫਟਾਫਟ, ਨਹੀਂ ਤਾਂ ਰੁੜ ਜੂਗੀ। ਤਾਂ ਇਸ ਤਰੀਕੇ ਦੇ ਨਾਲ ਉਹਨੇ ਕਰਨ ਦੀ ਕੋਸ਼ਿਸ਼ ਕੀਤੀ। ਮਡ ਇੰਬੈਂਕਮੈਂਟਸ ਵੀ ਤੁਹਾਡੇ ਗਲੋਸਰੀ 'ਚ ਸ਼ਾਮਿਲ ਹੈ।
Others directed to cut off little streams of wine that started away in new directions. ਬਾਕੀਆਂ ਨੇ ਵੀ ਇਸੇ ਤਰ੍ਹਾਂ ਕੀਤਾ ਤਾਂ ਉਹਨਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਧਾਰਾਵਾਂ ਸਟਰੀਮਸ ਧਾਰਾ ਬਣ ਗਈ ਨਾ ਪਾਣੀ ਦੀਆਂ ਧਾਰਾਂ ਕੋਈ ਇੱਧਰ ਨੂੰ ਵਹਿ ਰਹੀ ਹੈ ਸ਼ਰਾਬ ਦੀ ਕੋਈ ਉੱਧਰ ਨੂੰ ਵਹਿ ਰਹੀ ਹੈ ਵਾਈਨ ਦੀ ਤਾਂ ਉਹਨਾਂ ਨੇ ਛੋਟੀਆਂ ਛੋਟੀਆਂ ਧਾਰਾਵਾਂ ਨੂੰ ਵਾਈਨ ਦੀਆਂ ਨੂੰ ਕੱਟ ਆਫ ਕਰਨ ਦੀ ਕੋਸ਼ਿਸ਼ ਕੀਤੀ ਕੱਟ ਆਫ ਦਾ ਮਤਲਬ ਕਿ ਧਾਰਾ ਨਾ ਵਹੇ ਉਹ ਇੰਬੈਕਮੈਂਟ ਬਣਾ ਲਏ ਉਹਨਾਂ ਨੇ ਮਿੱਟੀ ਦੀਆਂ ਵੱਟਾਂ ਬਣਾਤੀਆਂ ਤਾਂ ਕਿ ਇਹ ਬਾਕੀ ਨਵੇਂ ਡਾਇਰੈਕਸ਼ਨਸ ਵੱਲ ਜਿਹੜੀ ਤੁਰ ਪਈ ਸੀਗੀ ਵਾਈਨ ਨਵੀਆਂ ਨਵੀਆਂ ਡਾਇਰੈਕਸ਼ਨ ਪਾਣੀ ਤਾਂ ਦੇਖੋ ਉਹਨੂੰ ਜਿੱਧਰ ਨੂੰ ਰਾਹ ਮਿਲੂ ਜਾਊਗਾ ਇਸੇ ਤਰ੍ਹਾਂ ਵਾਈਨ ਵੀ ਪਾਣੀ ਵਰਗੀ ਵੀ ਤਰਲ ਹੈ ਤਾਂ ਉਹਨੂੰ ਵੀ ਜਿੱਧਰ ਨੂੰ ਰਾਹ ਮਿਲੂ ਜਾਊਗਾ ਤਾਂ ਉਹ ਨਿਊ ਡਾਇਰੈਕਸ਼ਨਸ ਵੱਲ ਨੂੰ ਜਾ ਰਹੀ ਸੀ ਤਾਂ ਲੋਕਾਂ ਨੇ ਕੀ ਕੀਤਾ ਮਡ ਇੰਬੈਂਕਮੈਂਟਸ ਬਣਾਤੇ ਤਾਂ ਕਿ ਉਹ ਸ਼ਰਾਬ ਨਾ ਰੋੜੇ ਤਾਂ ਕਿ ਅਸੀਂ ਪੀ ਲਈਏ Still others devoted themselves to licking with eager relish the moist pieces of the cask. ਹੁਣ ਤੁਸੀਂ ਹੋਰ ਦੇਖੋ ਹਾਲਤ ਦੇਖੋ ਲੋਕਾਂ ਦੀ ਕਹਿੰਦੇ ਕੁਝ ਹੋਰ ਲੋਕਾਂ ਨੇ ਆਪਣੇ ਆਪ ਨੂੰ ਇਸ ਕੰਮ ਤੇ ਲਾ ਲਿਆ ਡਿਵੋਟਿਡ ਦੈਮਸੈਲਵਸ ਇਸ ਕੰਮ ਤੇ ਡਿਵੋਟ ਕਰ ਲਿਆ ਲਾ ਲਿਆ ਟੂ ਲਿਕ ਵਿਦ ਈਗਰ ਰੈਲਿਸ਼ ਦਾ ਮੋਇਸਟ ਪੀਸਿਸ ਆਫ ਦਾ ਕਾਸਕ ਕਾਸਕ ਮਤਲਬ ਢੋਲ ਦੇ ਜਿਹੜੇ ਟੁਕੜੇ ਸੀਗੇ ਪੀਸਿਸ ਢੋਲ ਟੁੱਟ ਗਿਆ ਸੀ ਨਾ ਤਾਂ ਉਹਦੇ ਜਿਹੜੇ ਟੁਕੜੇ ਸੀਗੇ ਉਹ ਮੋਇਸਟ ਹੋਏ ਹੋਏ ਸੀ ਉਹਨਾਂ ਦੇ ਉੱਪਰ ਸ਼ਰਾਬ ਲੱਗੀ ਹੋਈ ਸੀ ਵਾਈਨ ਲੱਗੀ ਹੋਈ ਸੀ ਉਹਨੂੰ ਲਿਕ ਕਰਨਾ ਸਟਾਰਟ ਕਰਤਾ ਮਤਲਬ ਉਹਨਾਂ ਨੂੰ ਚੱਟਣਾ ਸਟਾਰਟ ਕਰਤਾ ਇਹ ਹਾਲਤ ਹੈ ਲੋਕਾਂ ਦੀ ਅਤੇ ਗਰੀਬ ਲੋਕਾਂ ਦੀ ਹਾਲਤ ਗਰੀਬੀ ਸਾਰੀ ਦੁਨੀਆ 'ਚ ਹੈ ਬੇਟਾ ਆਪਾਂ ਕਈ ਵਾਰੀ ਇੰਡੀਆ 'ਚ ਕਹਿ ਦਿੰਦੇ ਹਾਂ ਸਾਰੀ ਦੁਨੀਆ 'ਚ ਹੈ ਅਤੇ ਗਰੀਬ ਲੋਕਾਂ ਦੀ ਹਾਲਤ ਤਰਸਯੋਗ ਹੁੰਦੀ ਹੈ ਅਤੇ ਉਹ ਜਿਹੜੀ ਤਰਸਯੋਗ ਹਾਲਤ ਹੈ ਉਹਦਾ ਜ਼ਿਕਰ ਚਾਰਲਸ ਡਿਕਨਸ ਆਪਣੀ ਇਸ ਟੀਸਟਿੰਗ ਦੇ ਵਿੱਚ ਕਰ ਰਹੇ ਹਨ There was no drainage to carry off the wine, so not only did it all get taken up, but quite a bit of mud was also taken up along with it. ਕਹਿੰਦੇ ਹੁਣ ਦੇਖੋ ਵਾਈਨ ਦੀ ਕੋਈ ਡਰੇਨੇਜ ਤਾਂ ਹੈ ਨਹੀਂ ਸੀ ਕਿ ਵਾਈਨ ਦੀ ਕੋਈ ਡਰੇਨੇਜ ਦਾ ਮਤਲਬ ਆਪਾਂ ਨੂੰ ਕਿਤੇ ਲੈ ਕੇ ਤਾਂ ਜਾ ਨਹੀਂ ਸੀ ਸਕਦੇ ਠੀਕ ਹੈ ਟੂ ਕੈਰੀ ਆਫ ਦਾ ਵਾਈਨ ਤਾਂ ਜਦੋਂ ਉਹ ਇਸ ਤਰ੍ਹਾਂ ਕਰਨ ਲੱਗੇ ਲੀਕ ਕਰਨ ਲੱਗੇ ਚੱਟਣ ਲੱਗੇ ਡੁੱਲੀ ਹੋਈ ਸ਼ਰਾਬ ਨੂੰ ਤਾਂ ਨਾ ਕੇਵਲ ਇਹ ਜਿਹੜੀ ਸੀ ਇਟ ਦਾ ਮਤਲਬ ਡੁੱਲੀ ਹੋਈ ਵਾਈਨ ਨਾ ਕੇਵਲ ਉਹਨਾਂ ਦੇ ਮੂੰਹਾਂ 'ਚ ਇਹ ਟੇਕਨ ਅਪ ਸਿਰਫ ਸ਼ਰਾਬ ਹੀ ਨਹੀਂ ਗਈ ਬਟ ਕੁਆਇਟ ਅ ਬਿਟ ਆਫ ਮਡ ਪਰ ਕੁਛ ਚਿੱਕੜ ਵੀ ਮੱਡ ਵੀ ਚਲਾ ਗਿਆ ਬਿਕੋਜ਼ ਗਲੀ ਕਿਹੜਾ ਸਾਫ਼ ਸੀਗੀ ਗਲੀ 'ਚ ਪਹਿਲਾਂ ਚਿੱਕੜ ਸੀਗਾ ਮਿੱਟੀ ਸੀਗੀ ਅਤੇ ਹੁਣ ਉੱਪਰ ਵਾਈਨ ਡੁੱਲ ਗਈ ਤਾਂ ਚਿੱਕੜ ਹੋ ਗਿਆ ਤਾਂ ਨਾਲ ਉਹਨਾਂ ਨੇ ਆਪਣੇ ਮੂੰਹਾਂ ਦੇ ਅੰਦਰ ਵਾਈਨ ਤਾਂ ਚਲੋ ਗਈ ਉਹਦੇ ਨਾਲ ਮਡ ਵਾਜ਼ ਆਲਸੋ ਟੇਕਨ ਅਪ ਉਹਨਾਂ ਦੇ ਮੂੰਹਾਂ 'ਚ ਚਿੱਕੜ ਵੀ ਚਲਾ ਗਿਆ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹਾਲਤ ਬੇਟਾ ਬਿਆਨ ਕੀਤੀ ਗਈ ਹੈ ਸਟਰੀਟ ਸੀਨ ਕਿੰਨਾ ਪਾਵਰਟੀ ਭਰਿਆ ਗਰੀਬੀ ਭਰਿਆ ਸਟਰੀਟ ਸੀਨ ਸੀਗਾ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਤਾਂ ਇਹਦਾ ਇੱਕ ਕੁਐਸਚਨ ਵੀ ਆਉਂਦਾ ਹੈ ਜੀ ਆਪਾਂ ਉਹ ਵੀ ਦੇਖ ਲੈਂਦੇ ਹਾਂ ਤਾਂ ਕਿ ਮੈਨੂੰ ਆਪਣੇ ਸਟੂਡੈਂਟਸ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਕੁਐਸਚਨ ਸਮਝਣ 'ਚ ਦਿੱਕਤ ਹੁੰਦੀ ਆ ਆਉਣੀ ਨਹੀਂ ਚਾਹੀਦੀ ਬਿਕੋਜ਼ ਮੈਂ ਤਾਂ ਸਾਰਾ ਤੁਹਾਨੂੰ ਇਹ ਕਰਵਾਇਆ ਅਤੇ ਤੁਹਾਨੂੰ ਆਉਣਾ ਚਾਹੀਦਾ ਆ ਦੇਖੋ ਹੁਣ ਜਿਹੜਾ ਇਹਦਾ ਕੁਐਸਚਨ ਬਣਦਾ ਹੈ ਕਿ ਹਾਊ ਡਿਡ ਪੀਪਲ ਰਨ ਟੂ ਦਾ ਸਪੋਟ ਟੂ ਸਟੋਪ ਦਾ ਵਾਈਨ ਫਰੋਮ ਗੋਇੰਗ ਵੇਸਟ ਵਟ ਮੈਥਡ ਡਿਡ ਦੇ ਅਡੋਪਟ ਟੂ ਸਿਪ ਦਾ ਵਾਈਨ ਹਾਊ ਦਾ ਮਤਲਬ ਕਿਵੇਂ ਲੋਕ ਉਸ ਜਗ੍ਹਾ ਵੱਲ ਭੱਜੇ ਤਾਂ ਕਿ ਫਰੋਮ ਗੋਇੰਗ ਵੇਸਟ ਕਿ ਜਿਹੜੀ ਵਾਈਨ ਹੈ ਇਹ ਵੇਸਟ ਨਾ ਹੋ ਜੇ ਆਪਾਂ ਫਟਾਫਟ ਇਹਨੂੰ ਪੀ ਲਈਏ ਅਤੇ ਉਹਨਾਂ ਨੇ ਕਿਹੜੇ ਮੈਥਡਸ ਅਡੋਪਟ ਕੀਤੇ ਲਏ ਮੈਥਡਸ ਟੂ ਸਿਪ ਦਾ ਵਾਈਨ ਨੂੰ ਪੀਣ ਦੇ ਮੈਥਡਸ ਕਿਹੜੇ ਲਏ ਤਾਂ ਇਹ ਜਿਹੜਾ ਕੁਐਸਚਨ ਹੈ ਇਹਦਾ ਆਨਸਰ ਆਪਾਂ ਇੱਥੋਂ ਹੀ ਚੱਕ ਸਕਦੇ ਹਾਂ ਕਿਉਂਕਿ ਮੈਥਡਸ ਉਹਨਾਂ ਨੇ ਪੁੱਛਿਆ ਨਾ ਕਿ ਕਿਹੜੇ ਮੈਥਡਸ ਉਹਨਾਂ ਨੇ ਅਪਣਾਏ ਟੂ ਸਿਪ ਦਾ ਵਾਈਨ ਨੂੰ ਪੀਣ ਦੇ ਲਈ ਤਾਂ ਤੁਸੀਂ ਇੱਥੋਂ ਕਰ ਲਓ ਸਮ ਨੈਲਟ ਡਾਊਨ ਇੱਥੋਂ ਸਟਾਰਟ ਕਰਕੇ ਤੁਸੀਂ ਜਿੰਨੀਆਂ ਮਰਜ਼ੀ 2-3 ਲਾਈਨਾਂ ਲਿਖ ਸਕਦੇ ਹੋ ਅਤੇ ਇੱਥੇ ਤੱਕ ਤੁਸੀਂ ਇਸ ਨੂੰ ਬਣਾ ਸਕਦੇ ਹੋ ਤਾਂ ਇਹ ਇੰਨਾ ਵੱਡਾ ਲਿਖਣ ਦੀ ਤਾਂ ਨਹੀਂ ਲੋੜ 2 ਲਾਈਨਸ ਜਿਹੜੀ ਤੁਹਾਨੂੰ ਜ਼ਿਆਦਾ ਸਮਝ ਆਈਆਂ ਨੇ ਉਹ ਤੁਸੀਂ ਲਿਖ ਸਕਦੇ ਹੋ ਤਾਂ ਇਹ ਜਿਹੜਾ ਪੈਰਾ ਇਹਦੇ ਵਿੱਚ ਤੁਹਾਡਾ ਇਹ ਵਾਲਾ ਕੁਐਸਚਨ ਦਾ ਆਨਸਰ ਕਵਰ ਹੋ ਜਾਂਦਾ ਤਾਂ ਸਾਨੂੰ ਇੱਥੇ ਤੱਕ ਤਾਂ ਬੇਟਾ ਪਤਾ ਲੱਗ ਗਿਆ ਕਿ ਲੋਕਾਂ ਦੀ ਹਾਲਤ ਕੀ ਹੈ ਕੀ ਕੀਤਾ ਉਹਨਾਂ ਨੇ ਉਸ ਡੁੱਲੀ ਹੋਈ ਸ਼ਰਾਬ ਦਾ ਕਹਿੰਦੇ ਫੋਰ ਅ ਟਾਈਮ ਇਨ ਦੈਟ ਸਟਰੀਟ ਆਫ ਪਾਵਰਟੀ ਐਂਡ ਮਿਜ਼ਰੀ ਦੇਅਰ ਵਾਜ਼ ਅ ਜੋਇਫੁਲ ਸਾਊਂਡ ਆਫ ਲਾਫਟਰ ਹੁਣ ਉਹ ਜਿਹੜੀ ਸਟਰੀਟ 'ਚ ਲੋਕ ਰਹਿੰਦੇ ਹੈ ਉਸ ਗਲੀ ਮੁਹੱਲੇ ਜਿਹੜੇ ਲੋਕ ਰਹਿੰਦੇ ਹੈ ਬਹੁਤ ਜ਼ਿਆਦਾ ਗਰੀਬ ਹੈ ਪਾਵਰਟੀ ਗਰੀਬੀ ਹੈ ਮਿਜ਼ਰੀ ਦੁੱਖ ਦਰਦ ਬਹੁਤ ਹੈ ਵਿਚਾਰੇ ਲੋਕਾਂ ਦੇ ਅਤੇ ਕੁਝ ਸਮੇਂ ਲਈ ਫੋਰ ਅ ਟਾਈਮ ਕੁਝ ਸਮੇਂ ਦੇ ਲਈ ਦੇਅਰ ਵਾਜ਼ ਅ ਜੋਇਫੁਲ ਸਾਊਂਡ ਆਫ ਲਾਫਟਰ ਤਾਂ ਹਾਸੇ ਦਾ ਇੱਕ ਸਮਾਂ ਬੰਦ ਗਿਆ ਜੋਇਫੁਲ ਸਾਊਂਡ ਉਹ ਖੁਸ਼ ਹੋ ਗਏ ਲੋਕ ਹਾਲਾਂਕਿ ਵਿਚਾਰੇ ਬਹੁਤ ਦੁਖੀ ਨੇ ਆਪਣੀ ਲਾਈਫ ਤੋਂ ਗਰੀਬ ਲੋਕ ਨੇ 2 ਟਾਈਮ ਦੀ ਰੋਟੀ ਵੀ ਸ਼ਾਇਦ ਉਹਨਾਂ ਨੂੰ ਨਸੀਬ ਨਹੀਂ ਹੁੰਦੀ ਕਈਆਂ ਨੂੰ ਤਾਂ 1 ਟਾਈਮ ਦੀ ਵੀ ਨਹੀਂ ਹੁੰਦੀ ਹੋਣੀ ਅਤੇ ਉਹਨਾਂ ਨੂੰ ਇੱਕਦਮ ਇੰਨੀ ਸ਼ਰਾਬ ਮਿਲ ਗਈ ਪੀਣ ਲਈ ਜਿਹੜੀ ਕਿ ਕਦੇ ਸੋਚ ਨਹੀਂ ਸਕਦੇ ਅਤੇ ਉਹਨਾਂ ਨੇ ਸ਼ਰਾਬ ਪੀਣੀ ਸ਼ੁਰੂ ਕਰਤੀ ਤਾਂ ਉੱਥੇ ਫਿਰ ਕੀ ਹੋਇਆ ਕਿ ਹਾਸੇ ਦਾ ਮਾਹੌਲ ਬਣ ਗਿਆ ਜੋਇਫੁਲ ਸਾਊਂਡ ਆਫ ਲਾਫਟਰ ਪੀਪਲ ਹੂ ਵਰ ਡਰਿੰਕਿੰਗ ਵਾਈਨ ਵਰ ਫਰੈਂਡਲੀ ਐਂਡ ਪਲੇਫੁਲ ਹੁਣ ਜਿਹੜੇ ਲੋਕ ਸ਼ਰਾਬ ਪੀ ਰਹੇ ਸੀ ਹੁਣ ਉਹ ਬੜੇ ਫਰੈਂਡਲੀ ਬਣ ਗਏ
ਤੇ ਪਲੇਫੁਲ ਹੋ ਗਏ, ਮਤਲਬ ਬੜੇ ਹੀ ਹੱਸਾ ਠਿੱਠਾ ਕਰਨ ਲੱਗੇ। ਦੇ ਇੰਬਰੇਸਡ ਈਚ ਅਦਰ, ਡਰੈਂਕ ਟੂ ਈਚ ਅਦਰਸ ਹੈਲਥ। ਹੁਣ ਉਹਨਾਂ ਨੇ ਇੱਕ ਦੂਜੇ ਨੂੰ ਇੰਬਰੇਸ ਕਰ ਲਿਆ, ਜੱਫੀਆਂ ਪਾਈਆਂ। ਦੇ ਇੰਬਰੇਸਡ ਈਚ, ਹੁਣ ਪੀ ਕੇ ਬੰਦਾ ਬਹੁਤ ਕੁਛ ਕਰਦਾ ਹੈ। ਡਰੈਂਕ ਟੂ ਈਚ ਅਦਰਸ ਹੈਲਥ, ਤੇ ਇੱਕ ਦੂਜੇ ਦੀ ਵਧੀਆ ਸਿਹਤ ਦੀ ਕਾਮਨਾ ਕੀਤੀ। ਹੁਣ ਤੁਹਾਨੂੰ ਪਤਾ ਨਾ, ਜਦੋਂ ਸ਼ਰਾਬ ਪੀਂਦੇ ਆ ਲੋਕ ਤਾਂ ਚੀਅਰਸ ਕਰਦੇ ਆ ਗਲਾਸਾਂ ਨਾਲ, ਗਲਾਸ ਖੜਕਾ ਕੇ। ਉਹ ਚੀਅਰਸ ਦਾ ਮਤਲਬ ਹੁੰਦਾ ਹੈ ਕਿ ਵਧੀਆ ਕੁਛ ਉਹ ਵਿਸ਼ ਮੰਗਦੇ ਨੇ, ਕਈ ਵਾਰੀ ਵਿਸ਼ ਉਹ ਮੰਗਦੇ ਨੇ ਕਿ ਚੰਗੀ ਹੈਲਥ ਰਹੇ ਤੇਰੀ। ਤਾਂ ਹੁਣ ਉਹ ਇਹੀ ਕਰ ਰਹੇ ਸੀਗੇ ਕੰਮ, ਸ਼ਰਾਬ ਵੀ ਪੀ ਰਹੇ ਸੀ, ਇੱਕ ਦੂਜੇ ਦੀ ਵਧੀਆ ਹੈਲਥ ਦੀ ਕਾਮਨਾ ਵੀ ਕਰ ਰਹੇ ਸੀ। ਸਮ ਡਜ਼ਨ ਮੈਨ ਐਂਡ ਵੂਮੈਨ ਜੁਆਇਨ ਹੈਂਡਸ ਐਂਡ ਸਟਾਰਟਡ ਡਾਂਸਿੰਗ। ਤਾਂ ਕੁਛ ਦਰਜਨ ਲੋਕ, ਆਦਮੀ ਅਤੇ ਔਰਤਾਂ ਨੇ ਪੀ ਲਈ ਸ਼ਰਾਬ। ਹੁਣ ਪੀ ਕੇ ਖੋਰੂ ਤਾਂ ਪਾਉਣਾ ਹੀ ਹੈ, ਤਾਂ ਸ਼ਰਾਬ ਪੀ ਲਈ। ਉਹਨਾਂ ਨੇ ਕੀ ਕੀਤਾ, ਹੈਂਡਸ ਫੜ ਲਏ ਇੱਕ ਦੂਜੇ ਦੇ, ਆਦਮੀ ਔਰਤਾਂ ਨੇ, ਐਂਡ ਸਟਾਰਟਡ ਡਾਂਸਿੰਗ, ਡਾਂਸ ਕਰਨ ਲੱਗੇ ਵੀ ਚੱਲ ਹੁਣ ਸ਼ਰਾਬ ਤਾਂ ਪੀ ਲਈ, ਹੁਣ ਮੌਜਾਂ ਮਨਾਓ। ਤਾਂ ਡਾਂਸ ਕਰਨ ਲੱਗੇ। ਬਟ ਵੈਨ ਆਲ ਦਾ ਵਾਈਨ ਵਾਜ਼ ਗੋਨ, ਜਦੋਂ ਸਾਰੀ ਸ਼ਰਾਬ ਖਤਮ ਹੋ ਗਈ, ਸਾਰੀ ਸ਼ਰਾਬ ਜਾਂ ਤਾਂ ਡੁੱਲ ਗਈ ਜਾਂ ਪੀ ਲਈ ਗਈ, ਤਾਂ ਜਦੋਂ ਸਾਰੀ ਸ਼ਰਾਬ ਚਲੀ ਗਈ, these demonstrations ceased as suddenly as they had broken out। ਤਾਂ ਇਹ ਜਿਹੜੇ ਡੈਮੋਨਸਟ੍ਰੇਸ਼ਨਸ ਹੋ ਰਹੀਆਂ ਸੀ, ਵਿਖਾਵੇ ਹੋ ਰਹੇ ਸੀ। ਡੈਮੋਨਸਟ੍ਰੇਸ਼ਨ ਦਾ ਮਤਲਬ ਜੋ ਉੱਥੇ ਵਰਤਾਰਾ ਚੱਲ ਰਿਹਾ ਸੀ, ਕਤੋਹਲ ਚੱਲ ਰਿਹਾ ਸੀਗਾ, ਨੱਚ ਗਾ ਰਹੇ ਸੀ, ਤਾਂ ਇਸ ਤਰ੍ਹਾਂ ਡਾਂਸ ਹੋ ਰਿਹਾ ਸੀ, ਇਹ ਸਾਰਾ ਕੁਛ ਸੀਜ਼ ਹੋ ਗਿਆ। ਸੀਜ਼ ਦਾ ਮਤਲਬ ਬੰਦ ਹੋ ਗਿਆ। ਉਵੇਂ ਹੀ ਜਿਵੇਂ ਇਹ ਬ੍ਰੋਕਨ ਆਊਟ, ਜਿਵੇਂ ਸ਼ੁਰੂ ਹੋਇਆ ਸੀ ਇੱਕਦਮ, ਉਵੇਂ ਹੀ ਬੰਦ ਹੋ ਗਿਆ। ਐਜ਼ ਦਾ ਮਤਲਬ ਜਿਵੇਂ ਹੀ, ਜਿਵੇਂ ਇਹ ਸ਼ੁਰੂ ਹੋਇਆ ਸੀ, ਐਜ਼ ਦੇ ਹੈਡ ਬ੍ਰੋਕਨ ਆਊਟ, ਜਿਵੇਂ ਹੀ ਉਹ ਇਹ ਸਾਰਾ ਮਾਹੌਲ ਬਣਿਆ ਸੀ, ਉਵੇਂ ਹੀ ਮਾਹੌਲ ਬੰਦ ਹੋ ਗਿਆ। ਕਦੋਂ? ਸ਼ਰਾਬ ਦੇ ਨਾਲ ਹੀ ਮਾਹੌਲ ਬਣਿਆ, ਸ਼ਰਾਬ ਦੇ ਖਤਮ ਹੋਣ ਦੇ ਨਾਲ ਹੀ ਮਾਹੌਲ ਖਤਮ ਹੋ ਗਿਆ। ਦ ਮਿਜ਼ਰੇਬਲ ਪੀਪਲ ਰਿਟਰਨ ਟੂ ਵਟ ਦੇ ਹੈਡ ਬੀਨ ਡੂਇੰਗ ਬਿਫੋਰ। ਤਾਂ ਹੁਣ ਉਹ ਜਿਹੜੇ ਮਿਜ਼ਰੇਬਲ ਪੀਪਲ, ਦੇਖੋ ਬਾਰ-ਬਾਰ ਕਿਹਾ ਗਿਆ ਹੈ ਨਾ, ਪਾਵਰਟੀ, ਮਿਜ਼ਰੀ, ਇਹ ਸ਼ਬਦ ਬਾਰ-ਬਾਰ ਆਏ ਨੇ। ਮਿਜ਼ਰੇਬਲ ਉਹੀ ਮੁਸੀਬਤਾਂ ਨਾਲ ਮਾਰੇ ਹੋਏ ਲੋਕ, ਇਹਨਾਂ ਨੂੰ ਕਹਿੰਦੇ ਮਿਜ਼ਰੇਬਲ ਪੀਪਲ। ਇਹ ਮੁਸੀਬਤਾਂ ਨਾਲ ਮਾਰੇ ਹੋਏ ਲੋਕ ਆਪਣੇ ਚਲੇ ਗਏ ਵਾਪਸ ਟੂ ਵਟ ਦੇ ਹੈਡ ਬੀਨ ਡੂਇੰਗ, ਜੋ ਕੁਛ ਉਹ ਪਹਿਲਾਂ ਕੰਮ ਕਰ ਰਹੇ ਸੀ ਉਵੇਂ ਹੀ ਕੰਮ ਕਰਨ ਚਲੇ ਗਏ। ਯਾਦ ਹੋਣਾ ਬੇਟਾ ਤੁਹਾਨੂੰ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸ਼ਰਾਬ ਡੁੱਲ ਗਈ ਸੀ, ਤਾਂ ਉਸ ਟਾਈਮ ਉਹ ਜੋ ਕੁਛ ਕਰ ਰਹੇ ਸੀ ਸਾਰਾ ਕੁਛ ਛੱਡ ਛਡਾ ਕੇ ਸ਼ਰਾਬ ਪੀਣ ਆ ਗਏ ਸੀ। ਆਹ ਦੇਖੋ, ਵਟ ਏਵਰ ਦੇ ਵਰ ਡੂਇੰਗ, ਇੱਥੇ ਲਿਖਿਆ ਸੀ ਨਾ, ਵਟ ਏਵਰ ਦੇ ਵਰ ਡੂਇੰਗ। ਉਸ ਟਾਈਮ ਉਹ ਕੋਈ ਕੰਮ ਕਰ ਰਹੇ ਸੀ ਆਪਣਾ ਰੋਜ਼ਮਰਾ ਦਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਸ਼ਰਾਬ ਡੁੱਲ ਗਈ, ਅਤੇ ਸ਼ਰਾਬ ਆ ਕੇ ਪੀਣ ਲੱਗੇ। ਅਲੱਗ-ਅਲੱਗ ਮੈਥਡ ਅਪਣਾਏ ਪੀਣ ਦੇ, ਫਿਰ ਗਾਏ, ਨੱਚੇ, ਡਾਂਸ ਕਰਿਆ, ਬਹੁਤ ਕੁਛ ਕਰਿਆ। ਅਤੇ ਜਦੋਂ ਸ਼ਰਾਬ ਖਤਮ ਹੋ ਗਈ ਤਾਂ ਉਹੀ ਕੰਮ ਉਹ ਫੇਰ ਕਰਨ ਲੱਗੇ ਜੋ ਦੇ ਹੈਡ ਬੀਨ ਡੂਇੰਗ ਬਿਫੋਰ। ਤਾਂ ਅੱਗੇ ਜੀ ਆਪਾਂ ਕੁਐਸਚਨ ਵੀ ਦੇਖ ਲੈਂਦੇ ਹਾਂ ਕਿ ਕੋਈ ਕੁਐਸਚਨ ਹੋਰ ਬਣਦਾ ਹੈ, ਕਿਉਂਕਿ ਆਪਾਂ 2 ਕੁਐਸਚਨ ਤਾਂ ਆਪਾਂ ਦੇਖ ਲਏ। ਹਾਂਜੀ, ਤੀਸਰਾ ਬਣਦਾ ਹੈ ਜੀ ਕੁਐਸਚਨ ਕਿ ਹਾਊ ਡਿਡ ਪੀਪਲ ਐਕਸਪ੍ਰੈਸ ਦੇਅਰ ਜੋਇਜ਼ ਓਵਰ ਦਾ ਸੀਨ। ਹਾਊ ਦਾ ਮਤਲਬ ਕਿਸ ਤਰ੍ਹਾਂ ਲੋਕਾਂ ਨੇ ਆਪਣੀ ਖੁਸ਼ੀਆਂ ਜ਼ਾਹਿਰ ਕੀਤੀਆਂ ਉਸ ਸੀਨ ਦੇ ਉੱਪਰ, ਓਵਰ ਦਾ ਸੀਨ। ਤਾਂ ਆਹ ਵਾਲਾ ਤੁਸੀਂ ਆਨਸਰ ਲਿਖ ਸਕਦੇ ਹੋ ਜੀ। ਇਹਦੇ 'ਚ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਕੋਈ ਨੱਚ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ। ਤਾਂ ਇੱਥੋਂ ਚੱਕ ਲਓ, ਪੀਪਲ ਹੂ ਆਰ ਡਰਿੰਕਿੰਗ ਤੋਂ ਲੈ ਕੇ ਸਟਾਰਟਡ ਡਾਂਸਿੰਗ। ਆਹ 2 ਲਾਈਨਾਂ ਇਹਦਾ ਆਨਸਰ ਹੈ। ਤਾਂ ਆਨਸਰ ਲੱਭਣਾ ਕੋਈ ਔਖਾ ਨਹੀਂ ਜੇ ਤੁਸੀਂ ਸਟੋਰੀ ਚੰਗੀ ਤਰ੍ਹਾਂ ਮੇਰੇ ਤੋਂ ਸੁਣੀ ਹੈ। ਕਹਿੰਦੇ ਇਟ ਵਾਜ਼ ਰੈਡ ਵਾਈਨ ਐਂਡ ਹੈਡ ਸਟੇਨਡ ਦੀ ਗਰਾਊਂਡ ਆਫ ਦਾ ਨੈਰੋ ਸਟਰੀਟ ਵੇਅਰ ਇਟ ਵਾਜ਼ ਸਪਿਲਡ। ਤਾਂ ਹੁਣ ਇਹ ਰੈਡ ਵਾਈਨ ਸੀ, ਤਾਂ ਸਾਨੂੰ ਪਤਾ ਹੈ ਇਹ ਰੈਡ ਵਾਈਨ ਸੀਗੀ। ਵਾਈਨ ਵੈਸੇ ਤਾਂ ਕਈ ਕਲਰ ਦੀ ਹੁੰਦੀ ਹੈ, ਪਰ ਸਭ ਤੋਂ ਜ਼ਿਆਦਾ ਮਸ਼ਹੂਰ ਰੈਡ ਵਾਈਨ ਹੀ ਹੁੰਦੀ ਹੈ, ਲਾਲ ਕਲਰ ਦੀ ਵਾਈਨ ਹੁੰਦੀ ਹੈ। ਅਤੇ ਇਸ ਨੇ ਜਿਹੜਾ ਗਰਾਊਂਡ ਸੀ ਉਸ ਨੂੰ ਸਟੇਨ ਕਰਤਾ। ਸਟੇਨ ਦਾ ਮਤਲਬ ਦਾਗਦਾਰ ਕਰਤਾ। ਨੈਚੁਰਲੀ ਹੁਣ ਜਦੋਂ ਰੰਗ ਗਿਰੂਗਾ ਤਾਂ ਜਿਹੜਾ ਉਹ ਤਾਂ ਖਰਾਬ ਧੱਬੇ ਦਾ ਪੈਣਗੇ। ਤਾਂ ਗਰਾਊਂਡ ਸਟੇਨਡ ਹੋ ਗਿਆ ਆਫ ਦਾ ਨੈਰੋ ਸਟਰੀਟ। ਹੁਣ ਤੁਹਾਨੂੰ ਮੈਂ ਪਹਿਲਾਂ ਦੱਸਿਆ ਸਟਰੀਟ ਕੋਈ ਬਹੁਤੀ ਚੌੜੀ ਤਾਂ ਹੈ ਨਹੀਂ, ਤੰਗ ਜਿਹੀ ਗਲੀ ਹੈ। ਤਾਂ ਤੰਗ ਜਿਹੀ ਗਲੀ ਦਾ ਜਿਹੜਾ ਸਾਰਾ ਗਰਾਊਂਡ ਉਹ ਸਟੇਨਡ ਹੋ ਗਿਆ। ਵੇਅਰ ਇਟ ਵਾਜ਼ ਸਪਿਲਡ, ਜਿੱਥੇ ਇਹ ਗਿਰੀ ਸੀ। ਸਪਿਲ ਦਾ ਮਤਲਬ ਛਲਕ ਕੇ ਗਿਰਨਾ ਹੈ ਨਾ, ਜਿੱਥੇ ਇਹ ਕੰਟੇਨਰ 'ਚੋਂ, ਕਾਸਕ 'ਚੋਂ ਛਲਕ ਕੇ ਗਿਰੀ ਸੀ, ਉਹ ਸਾਰਾ ਜਗ੍ਹਾ ਦਾਗਦਾਰ ਹੋ ਗਈ। ਇਟ ਹੈਡ ਸਟੇਨਡ ਮੈਨੀ ਹੈਂਡਸ ਟੂ। ਕਹਿੰਦੇ ਇਸ ਨੇ ਸਿਰਫ ਜਗ੍ਹਾ ਨੂੰ ਹੀ ਦਾਗਦਾਰ ਨਹੀਂ ਕੀਤਾ, ਕਈ ਹੱਥਾਂ ਨੂੰ ਵੀ ਕਰਤਾ। ਸਟੇਨਡ ਦਾ ਮਤਲਬ ਧੱਬੇ ਪਾਤੇ, ਹੱਥਾਂ 'ਚ ਧੱਬੇ ਪੈ ਗਏ ਲਾਲ ਰੰਗ ਦੇ। ਸਿਰਫ ਹੱਥਾਂ ਨੂੰ ਹੀ ਨਹੀਂ, ਮੈਨੀ ਫੇਸਿਸ, ਚਿਹਰੇ ਵੀ। ਮੈਨੀ ਨੇਕਡ ਫੀਟ, ਕਈਆਂ ਦੇ ਜਿਹੜੇ ਨੰਗੇ ਪੈਰ ਸੀ, ਨੰਗੇ ਪੈਰ ਭੱਜੇ ਸੀ, ਚੱਪਲਾਂ ਪਾਉਣ ਦਾ ਵੀ ਮੌਕਾ ਨਹੀਂ ਮਿਲਿਆ ਉਹਨਾਂ ਨੂੰ। ਵੀ ਦੇਖਿਆ ਹੈ ਸ਼ਰਾਬ ਮਿਲ ਗਈ, ਚਲੋ ਭੱਜ ਲਏ। ਤਾਂ ਕਈ ਨੰਗੇ ਪੈਰ ਹੀ ਆ ਗਏ ਸੀ, ਉਹਨਾਂ ਦੇ ਉਹ ਨੰਗੇ ਪੈਰ ਵੀ ਸਟੇਨਡ ਹੋ ਗਏ। ਐਂਡ ਮੈਨੀ ਸ਼ੂਜ਼, ਕਈ ਸ਼ੂਜ਼ ਨਾਲ ਆਏ, ਉਹਨਾਂ ਦੇ ਵੀ ਸ਼ੂਜ਼, ਜੁੱਤੇ ਸਟੇਨਡ ਹੋ ਗਏ। The hands of the man who sawed the wood left red marks on it। ਹੁਣ ਇੱਕ ਬੰਦਾ ਸੀ ਜੋ ਕਿ ਵੁੱਡ ਨੂੰ ਸੌ ਕਰ ਰਿਹਾ ਸੀ, ਕੱਟ ਰਿਹਾ ਸੀ ਆਰੀ ਦੇ ਨਾਲ, ਹੈ ਨਾ, ਵੁੱਡ ਨੂੰ ਕੱਟ ਰਿਹਾ ਸੀ। ਅਤੇ ਉਸਨੇ ਕੀ ਕੀਤਾ, ਲੈਫਟ
ਰੈਡ ਮਾਰਕਸ ਔਨ ਇਟ, ਤਾਂ ਉਸਨੇ ਉਸ ਦੇ ਉੱਪਰ ਉਸਦੇ ਜਿਹੜੇ ਮਾਰਕਸ ਸੀਗੇ ਹੱਥ ਦੇ ਉਹ ਪੈ ਗਏ। ਜਾ ਕੇ ਉਹੀ ਕੰਮ ਕਰਨ ਲੱਗਿਆ ਨਾ, ਪਹਿਲਾਂ ਉਹ ਲੱਕੜ ਕੱਟ ਰਿਹਾ ਸੀ ਆਰੀ ਦੇ ਨਾਲ, ਬਾਅਦ 'ਚ ਉਹ ਫੇਰ ਉਹੀ ਹੱਥਾਂ ਦੇ ਨਾਲ ਜਾ ਕੇ ਫੇਰ ਲੱਕੜ ਨੂੰ ਆਰੀ ਦੇ ਨਾਲ ਕੱਟਣ ਲੱਗਿਆ ਤਾਂ ਲੱਕੜ ਦੇ ਉੱਪਰ ਰੈਡ ਮਾਰਕਸ ਪੈ ਗਏ ਵਾਈਨ ਵਾਲੇ। ਐਂਡ ਦਾ ਫੋਰਹੈਡ ਆਫ ਦਾ ਵੂਮਨ who nursed her baby was stained with the stain of her handkerchief she wound about her head again। ਤਾਂ ਇੱਕ ਲੇਡੀ ਦੀ ਗੱਲ ਹੋ ਰਹੀ ਹੈ, ਇੱਕ ਲੇਡੀ ਆਪਣੀ ਬੇਬੀ ਨੂੰ ਨਰਸ ਕਰ ਰਹੀ ਸੀ, ਉਸ ਨੂੰ ਉਹ ਸਾਂਭ ਰਹੀ ਸੀ ਅਤੇ ਉਸਦਾ ਜਿਹੜਾ ਹੈਂਕਰਚੀਫ ਸੀਗਾ ਉਹ ਸਟੇਨ ਹੋ ਗਿਆ ਸੀਗਾ। ਹੈਂਕਰਚੀਫ ਤੁਹਾਨੂੰ ਦੱਸਿਆ ਸੀ ਨਾ, ਕਈਆਂ ਨੇ ਆਪਣੇ ਰੁਮਾਲਾਂ ਨੂੰ ਡਿਪ ਕਰਕੇ ਸਕਵੀਜ਼ ਕੀਤਾ ਅਤੇ ਇਹਨੇ ਵੀ ਕੀਤਾ ਹੋਣਾ, ਅਤੇ ਇਸਨੇ ਹੈਂਕਰਚੀਫ ਆਪਣੇ ਹੈੱਡ ਦੇ ਦੁਆਲੇ ਬੰਨ੍ਹ ਲਿਆ, ਫਿਰ ਵਾਊਂਡ ਅਬਾਊਟ ਹਰ ਹੈੱਡ ਅਗੇਨ, ਹੈੱਡ ਦੇ ਦੁਆਲੇ ਰੁਮਾਲ ਬੰਨ੍ਹ ਲਿਆ, ਅਤੇ ਕੀ ਹੋਇਆ ਫਿਰ ਉਹਦਾ ਫੋਰਹੈਡ ਵੀ ਸਟੇਨਡ ਹੋ ਗਿਆ, ਫੋਰਹੈਡ ਮੱਥੇ 'ਤੇ ਵੀ ਦਾਗ ਲੱਗ ਗਏ, ਉਹੀ ਜਦੋਂ ਹੈਂਕਰਚੀਫ ਬੰਨ੍ਹ ਲਿਆ ਨੇ। Those who had been greedy with the pieces of the cask had acquired a smear about the mouth। ਕਹਿੰਦੇ ਕਈ ਲੋਕ ਜੋ ਕਿ ਬਹੁਤ ਹੀ ਜ਼ਿਆਦਾ ਗ੍ਰੀਡੀ ਹੋ ਗਏ ਸੀ, ਲਾਲਚੀ ਹੋ ਗਏ ਸੀ, ਵਿਦ ਦਾ ਪੀਸਿਸ ਆਫ ਦਾ ਕਾਸਕ, ਕਿਉਂਕਿ ਉਹਨਾਂ ਨੇ ਕਾਸਕ ਦੇ ਉਹ ਜਿਹੜਾ ਢੋਲ ਦੇ ਪੀਸ ਸੀਗੇ, ਟੁਕੜੇ ਸੀ, ਉਹਨਾਂ ਨੂੰ ਲਿਕ ਕੀਤਾ ਸੀ, ਚੱਟਿਆ ਸੀ, ਹੈ ਨਾ। ਤਾਂ ਫਿਰ ਹੋਇਆ ਕੀ ਕਿ ਉਹਨਾਂ ਦਾ ਜਿਹੜਾ ਮੂੰਹ ਸੀ ਉਹ ਕਿੱਦਾਂ ਦਾ ਬਣ ਗਿਆ, ਲਾਲ ਲਾਲ ਹੋ ਗਿਆ, ਜਿਵੇਂ ਟਾਈਗਰ ਸਪੋਜ਼ ਕਰੋ, ਉੱਥੇ ਟਾਈਗਰ ਤੋਂ ਹੀ ਟਿਗਰਿਸ਼ ਬਣਿਆ ਨਾ। ਤਾਂ ਟਾਈਗਰ ਕੀ ਹੁੰਦਾ ਹੈ ਕਿ ਜਦੋਂ ਸਪੋਜ਼ ਕਰੋ ਉਹ ਕੋਈ ਸ਼ਿਕਾਰ ਕਰਦਾ ਤਾਂ ਆਪਾਂ ਡਿਸਕਵਰੀ 'ਚ ਦੇਖਿਆ ਤਾਂ ਉਹਦਾ ਮੂੰਹ ਲਾਲ ਹੋ ਜਾਂਦਾ, ਕਿਉਂਕਿ ਖੂਨ ਦੇ ਨਾਲ ਲਾਲ ਹੋ ਜਾਂਦਾ। ਤਾਂ ਉਹਨਾਂ ਲੋਕਾਂ ਦਾ ਵੀ ਜਿਹੜਾ ਮੂੰਹ ਸੀ ਉਹ ਰੈੱਡ ਵਾਈਨ ਦੇ ਨਾਲ ਲਾਲ ਹੋ ਗਿਆ ਸੀ, ਟਾਈਗਰ ਦੀ ਤਰ੍ਹਾਂ। ਸਮੀਅਰ ਦਾ ਮਤਲਬ ਹੁੰਦਾ ਲੇਪ ਲੱਗਣਾ ਹੈ ਨਾ, ਉਹ ਲੱਗ ਜਾਂਦਾ ਉਹਨਾਂ ਦੇ। ਤਾਂ ਇਸ ਤਰੀਕੇ ਦੇ ਨਾਲ ਇਹ ਸਾਡਾ ਚੈਪਟਰ ਚੱਲ ਰਿਹਾ ਜੀ।